यस, गुड मॉर्निंग टू ऑल ऑफ यू। हाँ जी बेटा, पेज नंबर 11 ਦੇ ਉੱਪਰ ਅੱਜ ਅਸੀਂ ਨੈਕਸਟ PT2 ਦਾ ਫਸਟ ਪਾਰਟ ਗੁਰੂ ਅਮਰਦਾਸ ਜੀ ਦੀ ਰਚਨਾ ਕਿਰਪਾ ਕਰਕੇ ਬਖਸ਼ ਲੈ ਜਿਹੜਾ ਆ ਉਹ ਡਿਸਕਸ ਕਰਨਾ ਹੈ। ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਦੇ ਜੀਵਨ ਬਾਰੇ ਥੋੜੀ ਜਿਹੀ ਜਾਣਕਾਰੀ ਜੋ ਤੁਹਾਡੀ ਬੁੱਕ ਦੇ ਵਿੱਚ ਦਿੱਤੀ ਹੋਈ ਹੈ। ਉਹਨਾਂ ਦਾ ਟਾਈਮ ਪੀਰੀਅਡ ਹੈ 1479 ਈਸਵੀ ਤੋਂ ਲੈ ਕੇ 79, ਇਹਨੂੰ ਕੀ ਕਹਿੰਦੇ ਨੇ ਪੰਜਾਬੀ ਦੇ ਵਿੱਚ, 79 ਈਸਵੀ ਤੋਂ ਲੈ ਕੇ 1574 ਈਸਵੀ ਤੱਕ ਦਾ ਉਹਨਾਂ ਦਾ ਟਾਈਮ ਪੀਰੀਅਡ ਹੈ, ਸਮਾਂ ਹੈ। ਸ੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਹੋਏ ਹਨ। ਆਪ ਦਾ ਜਨਮ 1479 ਈਸਵੀ ਨੂੰ ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ, ਪਿਤਾ ਤੇਜਭਾਨ ਤੇ ਮਾਤਾ ਲੱਖੋ ਦੇ ਗ੍ਰਹਿ ਵਿਖੇ ਭੱਲਾ ਘਰਾਣੇ ਵਿੱਚ ਹੋਇਆ। इंपॉर्टेंट है बेटा जी, नोट करो जन्म स्थान, ठीक है, पिता का नाम, माता का नाम और जन्म डेट। सारिया चीज़ों के विच कोई भी क्वेश्चन 1-1 मार्क्स के विच पूछा जा सकता है। भल्ला घराणे, भल्ला उन्हां दी कास्ट है, सरनेम है, भल्ले जाति दे विच उन्हां दा जन्म होया। आप जी दे घर दो पुत्र मोहन जी ते मोरी जी ਅਤੇ ਦੋ ਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਭਾਨੀ ਜੀ ਨੇ ਜਨਮ ਲਿਆ। ਠੀਕ ਹੈ ਜੀ, ਉਹਨਾਂ ਦੇ ਪੁੱਤਰ ਦੋ ਸਨ, ਬਾਬਾ ਪੁੱਤਰ ਮੋਹਨ ਜੀ ਤੇ ਮੋਰੀ ਜੀ, ਤੇ ਲੜਕੀਆਂ ਦੇ ਨਾਮ ਬੀਬੀ ਦਾਨੀ ਤੇ ਬੀਬੀ ਭਾਨੀ ਜੀ। ਆਪ ਜੀ ਨੂੰ 1552 ਈਸਵੀ ਵਿੱਚ ਗੁਰਗੱਦੀ ਪ੍ਰਾਪਤ ਹੋਈ। ਕਿਹਦੇ ਕੋਲੋਂ ਗੁਰਗੱਦੀ ਪ੍ਰਾਪਤ ਹੋਈ ਸੀ? दूसरे गुरु श्री गुरु अंगद देव जी दे कोलों गुरगद्दी प्राप्त हुई सी। आप जी ने सिख धर्म दे प्रचार लई अनेकां काम कीते, जिवें गोइंदवाल विखे बौली दा निर्माण, लंगर प्रथा दा विस्तार आदि। आप जी ने जाति प्रथा, छूत छात, परदे दा रिवाज अते सती प्रथा जिहियां कुरीतियां दा सुधार भी कीता। ठीक है जी, ਆਪਾਂ ਪੜ੍ਹਿਆ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਉਸ ਸਮੇਂ ਦੇ ਜਾਂ ਪ੍ਰਚਲਿਤ ਬੁਰਾਈਆਂ ਦੇ ਖਿਲਾਫ ਆਵਾਜ਼ ਉਠਾਈ ਸੀ, ਔਰਤ ਨੂੰ ਮੰਦਾ ਕਹਿਣ ਵਾਲੇ ਲੋਕਾਂ ਨੂੰ ਵਰਜਿਆ ਸੀ। ਸੋ ਅੱਗੋਂ ਗੁਰੂਆਂ, ਹੋਰ ਗੁਰੂਆਂ ਨੇ ਵੀ ਉਹਨਾਂ ਦੀ ਇਸ ਰੀਤ ਨੂੰ ਜਾਰੀ ਰੱਖਿਆ ਸੀ। ਗੋਇੰਦਵਾਲ, ਠੀਕ ਹੈ, ਸ਼ਹਿਰ ਦਾ ਨਾਮ ਹੈ ਬੇਟਾ ਜੀ। ਅੰਮ੍ਰਿਤਸਰ ਨੂੰ ਜਾਂਦਿਆਂ ਤਰਨ ਤਾਰਨ ਸਾਈਡ ਤੇ, ਰਸਤੇ ਦੇ ਵਿੱਚ ਸਾਈਡ ਤੇ ਆਉਂਦਾ ਹੈ, ਉੱਥੇ ਬੌਲੀ ਨਿਰਮਾਣ ਕੀਤਾ। ਬੌਲੀ ਕੀ ਹੁੰਦੀ ਹੈ? ਬੌਲੀ ਇੱਕ ਪਾਣੀ ਵਾਲਾ ਖੂਹ ਹੁੰਦਾ ਆ। ਬੌਲੀ ਪਾਣੀ ਵਾਲੇ ਖੂਹ ਨੂੰ ਕਿਹਾ ਜਾਂਦਾ ਹੈ। ਜਿਸ ਖੂਹ ਦੇ ਵਿੱਚੋਂ ਪਾਣੀ ਲੈਣ ਲਈ ਸਾਨੂੰ ਪੌੜੀਆਂ ਉਤਰ ਕੇ ਜਾਣਾ ਪੈਂਦਾ ਹੈ। ਨੀਚੇ ਨੂੰ ਪੌੜੀਆਂ ਬਣਾਈਆਂ ਹੁੰਦੀਆਂ ਨੇ ਤੇ ਨੀਚੇ ਬਹੁਤ ਡੂੰਘਾਈ ਦੇ ਵਿੱਚ ਖੂਹ ਬਣਾਇਆ ਜਾਂਦਾ ਹੈ। ਠੀਕ ਹੈ, ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਆਮ ਜਨਤਾ ਸੀ, ਉਹਨਾਂ ਦੇ ਜਿਹੜੇ ਲੋਕ ਬ੍ਰਾਹਮਣ, ਖੱਤਰੀ, ਉੱਚੀ ਜਾਤੀ ਵਾਲੇ ਲੋਕ ਸਨ, ਉਹ ਸਾਂਝੇ ਖੂਹ ਚੋਂ, ਤਲਾਬ ਚੋਂ ਪਾਣੀ ਨਹੀਂ ਸੀ ਲੈ ਸਕਦੇ, ਉਹਨਾਂ ਨੂੰ ਅਛੂਤ ਮੰਨਿਆ ਜਾਂਦਾ ਸੀ। ਸੋ ਇਸ ਜਾਤੀ ਭੇਦਭਾਵ ਨੂੰ ਮਿਟਾਉਣ ਲਈ ਗੁਰੂ ਅਮਰਦਾਸ ਜੀ ਨੇ ਬੌਲੀ ਦਾ ਨਿਰਮਾਣ ਕਰਵਾਇਆ। ਠੀਕ ਹੈ, ਤੇ ਉੱਥੇ 84 ਪੌੜੀਆਂ ਬਣੀਆਂ ਹੋਈਆਂ ਨੇ ਬੇਟਾ, ਇਹ ਨੋਟ ਕਰ ਲਓ। ਗੋਇੰਦਵਾਲ ਜਿਹੜੀ ਬੌਲੀ ਬਣੀ ਹੈ ਉਹਦੀਆਂ 84 ਪੌੜੀਆਂ ਨੇ, 84। ਠੀਕ ਹੈ, ਔਰ ਉਹ ਇਸ ਗੱਲ ਦੀਆਂ ਪ੍ਰਤੀਕ ਨੇ ਕਿ ਜਦੋਂ ਉਹਨਾਂ ਨੇ, ਗੁਰੂ ਜੀ ਨੇ ਉੱਥੇ ਵਰ ਵੀ ਦਿੱਤਾ ਹੋਇਆ ਹੈ ਕਿ ਜਿਹੜਾ ਮਨੁੱਖ ਇਹਨਾਂ ਪੌੜੀਆਂ ਦੇ ਉੱਤੇ 84 ਵਾਰ ਇਸ਼ਨਾਨ ਕਰਕੇ 84 ਵਾਰ ਜਪਜੀ ਸਾਹਿਬ ਦਾ ਪਾਠ ਕਰੇਗਾ, ਉਸ ਦਾ 84 ਕੱਟੀ ਜਾਵੇਗੀ, ਉਸ ਦੀ 84 ਕੱਟੀ ਜਾਵੇਗੀ। ਇਸ ਤੋਂ ਕੀ ਭਾਵ ਆ ਕਿ ਗੁਰਬਾਣੀ ਦੇ ਅਨੁਸਾਰ ਮਨੁੱਖ ਦਾ ਜਿਹੜਾ ਜਨਮ ਆ ਉਹ 84 ਲੱਖ ਜੂਨਾਂ ਭੋਗ ਕੇ ਬਾਅਦ ਦੇ ਵਿੱਚ ਮਿਲਿਆ ਹੈ। ਠੀਕ ਹੈ, 84 ਲੱਖ ਜੂਨਾਂ ਭੁਗਤ ਕੇ, ਜੂਨ ਮਤਲਬ ਅਲੱਗ-ਅਲੱਗ ਜੀਵਾਂ ਦੀ ਜਨਮ ਦੇ ਵਿੱਚ ਅਸੀਂ ਆ ਕੇ ਫਿਰ ਸਾਨੂੰ ਇਹ ਮਨੁੱਖਾ ਜੀਵਨ ਮਿਲਿਆ ਹੈ। ਤੇ ਜਿਹੜਾ ਵਿਅਕਤੀ ਕਹਿੰਦੇ ਕਿ ਇਹਨਾਂ 84 ਪੌੜੀਆਂ ਦੇ ਉੱਪਰ ਇੱਕ ਵਾਰੀ ਇਸ਼ਨਾਨ ਕਰਕੇ ਪਹਿਲੀ ਪੌੜੀ ਤੇ ਬੈਠ ਕੇ ਪਾਠ ਕਰੇ, ਫਿਰ ਦੂਜੀ ਵਾਰੀ ਇਸ਼ਨਾਨ, ਔਰ ਲੋਕੀ ਉੱਥੇ ਕਰਦੇ ਵੀ ਨੇ, ਇਹ ਸ਼ਰਧਾ ਹੈ ਵੀ ਹੈ ਸਾਰਿਆਂ ਦੇ ਵਿੱਚ। ਠੀਕ ਹੈ, ਤੇ 84 ਵਾਰ ਪਾਠ ਕਰੇ, ਉਸ ਦਾ ਜਨਮ ਮਰਨ ਜਿਹੜਾ ਹੈ ਉਹ ਕੱਟਿਆ ਜਾਵੇਗਾ। ਸੋ ਇਹ ਉੱਥੇ ਦੀ महानता है गोइंदवाल विखे बौली साहिब दी। अगर तुसी किते गए तो जरूर दर्शन करके आइयो। नैक्सट है लंगर प्रथा शुरू की।
फिर उन्होंने जाति प्रथा, छूत छात, पर्दे का रिवाज किन्हां दे अंदर सी? औरतां दे अंदर, कि औरतां हमेशा लंबा सारा घुंड कढ़ के रखदियां सी, पर्दे दे विच रहिंदियां सन, तां उन्हां नूं मनाही कीती। सती प्रथा, जिउंदियां ही व्यक्ति ਜਦੋਂ ਕਿਸੇ औरत ਦਾ पति मर ਜਾਂਦਾ ਸੀ ਤੇ ਉਸ ਨੂੰ ਜ਼ਬਰਦਸਤੀ औरत ਨੂੰ ਉਸਦੀ ਚਿਤਾ ਦੇ ਵਿੱਚ ਧੱਕਾ ਦੇ ਕੇ ਸਾੜ ਦਿੱਤਾ ਜਾਂਦਾ ਸੀ। ਇਹ ਸਤੀ ਪ੍ਰਥਾ ਦਾ ਉਹਨਾਂ ਨੇ ਸੁਧਾਰ ਕੀਤਾ ਸੀ। ਸੋ ਨੈਕਸਟ ਹੈ ਆਪ ਜੀ ਦੀਆਂ ਪ੍ਰਮੁੱਖ ਬਾਣੀਆਂ। ਆਨੰਦ ਸਾਹਿਬ, ਪੱਟੀ ਅਤੇ 4 ਵਾਰਾਂ ਹਨ। ਨੋਟ ਕਰ ਲਓ, ਆਨੰਦ ਸਾਹਿਬ ਉਹਨਾਂ ਦੀ ਮੁੱਖ ਬਾਣੀ ਹੈ। ਉਸ ਤੋਂ ਬਾਅਦ ਪੱਟੀ ਲਿਖੀ, ਪੱਟੀ ਵੀ ਇੱਕ ਬਾਣੀ ਆ ਪੂਰੀ, ਠੀਕ ਹੈ, ਔਰ 4 ਵਾਰਾਂ ਲਿਖੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੁੱਲ 31 ਰਾਗਾਂ ਵਿੱਚੋਂ ਆਪ ਜੀ ਨੇ 17 ਰਾਗਾਂ ਵਿੱਚ ਬਾਣੀ ਰਚੀ। ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਕੁੱਲ 31 ਰਾਗਾਂ ਦੇ ਵਿੱਚ ਰਚੀ ਹੋਈ ਹੈ ਤੇ ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ 17 ਰਾਗ ਵਰਤ ਕੇ ਰਚੀ ਹੈ। ਆਪ ਜੀ ਦੀ ਬਾਣੀ ਦਾ ਵਿਸ਼ਾ ਸੇਵਾ, ਭਗਤੀ ਭਾਵ ਤੇ ਭਰਮਾਂ ਕਰਮਾਂ ਦਾ ਨਿਵਾਰਨ ਕਰਨਾ ਹੈ। अंडरलाइन दिस लाइन। और वन वर्ड क्वेश्चन यह है कि गुरु अमरदास जी दी बाणी दा मुख विशा की सी? सेवा, भगती भाव ते भरम कर्मां दा निवारण करना। निवारण मतलब दूर करना, भरम वहम दूर करने। आप जी 1574 ईस्वी नूं गोइंदवाल विखे ज्योति जोत समा गए। ठीक है जी, ज्योति जोत समाना, परलोक सुधार जाना, परलोक सुधार जाना, ये उन्हां दी थोड़ी जी हिस्टरी। उस तो बाद है जी साडे कोल सिलेबस दा पार्ट किरपा करके बख्श लै शब्द। ये उन्हां दा शब्द जिहड़ा आ श्लोक 12 तो वधीक महला 3 दे विचों लिया गया है। ठीक है जी, इस शब्द दे राही गुरु जी ने अपने द्वारा परमात्मा दे अगे बेनती कीती है कि असी भुल्लणहार हां और साडियां भुल्लां दी परमात्मा दे द्वारा खिमा मंगी गई है, बख्शिश मंगी गई है। सो शुरू करते हैं। असी खते बहुत कमावदे, अंत ना पारावार। अंडरलाइन करो बेटा जी खते शब्द नूं, खते शब्द नूं अंडरलाइन करो और ओदा मीनिंग लिखो गलतियां। खते गलतियां, भुल्लां। ठीक है जी, खते वर्ड नूं अंडरलाइन करके इनू लिख लो गलतियां जां भुल्लां। कि असी गुरु साहब की कह रहे ने कि असी बहुत ही गलतियां करते हाँ, भुल्लां करते हाँ, बहुत कमावदे। कमावदे तो भाव की है कि बहुत ज्यादा गलतियां नूं दोहराउंदे हाँ, कमाउणा। ठीक है। अंत ना पारावार, जिसदा कोई भी अंत नहीं पाया जा सकता। कि इन्नियां गलतियां है इंसान दे द्वारा, मनुख दे द्वारा, जिसदा अंत नहीं पाया जा सकता। अंत ना पारावार, कि उस तो पार नहीं जाया जा सकता उन्हां गलतियां तो। फिर गुरु साहिब जी परमात्मा दे अगे बेनती करते हुए कहते हैं कि हर किरपा करके बख्श लेहो, हो पापी वड गुनहगार। शब्द मैं बोलती हाँ बेटा, ओदी प्रोनाउंसिएशन जरूर समझिया करो। हर किरपा करके बख्श ले। हुण गुरु साहिब परमात्मा दे अगे बेनती करते हैं कि असी मनुख जिहड़े आ संसार दे उपर अनेकां ही गलतियां करते हाँ, भुल्लां करते हाँ, ते उन्हां दियां भुल्लां दी कोई भी गिनती नहीं है, उसका अंत नहीं पाया जा सकता। सो हर, हर तो भाव है प्रभु परमात्मा। हर नू संबोधन कीता, परमात्मा नू संबोधन कीता है कि हे परमात्मा हुण साडे ते अपनी किरपा करके मेहर करके सानू बख्श लै। बख्श लै मतलब माफ कर दियो। बख्श लै तो भाव है माफ कर दियो। हो पापी वड गुनहगार, हो पापी, हो मतलब मैं, कि मैं सब तो वड्डा
ਅਸੀਂ ਜਾਂ ਅਸੀਂ ਸਭ ਤੋਂ ਵੱਡੇ ਪਾਪੀ ਹਾਂ, तेरे गुनाहगार हाँ। ठीक है, हो पापी हो मतलब असी ਜਾਂ मैं, कि असी मनुख ਜਿਹੜੇ ਹਾਂ गुरु साहेब अपने आप ਨੂੰ ਇੱਕ इंसान ਦੇ तौर ਤੇ, एक जीव ਦੇ तौर ਤੇ संबोधन करते हुए परमात्मा ਨੂੰ ਕਹਿ ਰਹੇ ਹਨ। परमात्मा ਨੂੰ संबोधन ਕਰਦੇ ਨੇ कि हे प्रभु ਹੁਣ ਤੂੰ ਸਾਡੇ ਉੱਪਰ ਕਿਰਪਾ ਕਰਕੇ ਸਾਡੇ ਪਾਪਾਂ ਦੀ ਮਾਫੀ ਸਾਨੂੰ ਦੇ ਦੇ, ਸਾਨੂੰ ਬਖਸ਼ ਲੈ। लेहो तो भाव है लै, बख्श लै। हो पापी हो मतलब असी बहुत बड़े पापी हाँ, वड गुनहगार, वड तो मतलब बड़े गुनाहगार, तेरे गुनाहगार हाँ। हर जियो लेखे वार ना आवई, तू बख्श मिलावन हार। इस तो की भाव है कि साडे कीते कर्मां दे लेखे राही तां कदे भी साडी बख्शिश दी बारी नहीं आ सकती। हर जियो लेखे वार ना आवई, कि जिन्ने असी कर्म कीते ने, माड़े कर्म कीते ने, पाप कीते ने, जेकर उन्हां नूं देखिया जावे तां ओदे हिसाब नाल तां सानू फिर माफी दी भी बारी नहीं मिलेगी। हर जियो लेखे वार ना आवई, वार मतलब टर्न, वारी, कि साडी तां जे तू साडे लेखे देखे, साडे कर्म देखे, साडे काम देखे तां साडी तां बख्शण दी फिर बारी ही नहीं आवेगी। इसलिए हे प्रभु तू सानू बख्श लै ते सानू अपने नाल मिला लै। मिलावणहार, कि तू ही साडियां भुल्लां बख्शण जोग है ते सानू अपने नाल मिलाउण दे समर्थ हां। गुर तुठे हर प्रभ मेलिया, सब किलविख कट विकार। गुर तुठे, गुर तुठे तो भाव की है खुश होना। गुर, गुरु तो भाव की है गुरु, तुठे तो भाव की है प्रसन्न होना। तुठे प्रसन्न होना, दयालु होना, किरपालू होना। फिर कहंदे जदों असी अपने पापां दी माफी मंग लैंदे हां ਤਾਂ परमात्मा साडे उत्ते किरपालू हो के सानू मिलाप करा दिंदा है, सानू अपने नाल मेल लैंदा है। ठीक है जी। गुर तुठे हर प्रभ मेलिया, कहंदा फिर परमात्मा दी किरपा दे नाल ही सानू सच्चे गुरु दी प्राप्ति हुंदी है। सब किलविख कट विकार। किलविख तो भाव की है पाप, किलविख पाप, ते विकार की है साडे दोष, औगुण, साडे औगुण। ते उस परमात्मा दी मेहर दे सदका फिर साडे सारे पाप अते औगुण कट्टे जांदे हन। कट, कट शब्द तो भाव की है खत्म हो जांदे हन, कट्टे जांदे हन। जिना हर हर नाम ध्याया, जन नानक तिन जयकार। फिर अखीर दे विच परमात्मा गुरु जी जिस व्यक्ति दे उपर प्रसन्न हुंदे हन, गुरु साहिब की कहंदे ने कि जिस मनुख दे उत्ते फिर गुरु साहिब प्रसन्न हो जांदे हन तां ओह मनुख जिहड़े आ फिर हर वेले परमात्मा दे नाम नूं ध्याउंदे हन। जिन्हां हर हर नाम ध्याया, कि बख्शिश भी फिर उन्हां व्यक्तियां ते ही हुंदी है ਜਿਹੜੇ ਵਿਅਕਤੀ ਆਪਣੇ ਭੁੱਲਾਂ ਦੀ ਮਾਫੀ ਮੰਗ ਲੈਂਦੇ ਹਨ ਤੇ ਗੁਰੂ ਫਿਰ ਉਹਨਾਂ ਦੇ ਉੱਪਰ ਪ੍ਰਸੰਨ ਹੋ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਆਪਣੇ ਤੇ ਮਿਹਰ ਕਰਦਾ ਹੈ ਤੇ ਉਹਨਾਂ ਦੇ ਸਾਰੇ ਦੁੱਖ ਕਲੇਸ਼ ਵਿਕਾਰ ਔਗੁਣ ਕੱਟ ਕੇ ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ ਤੇ ਜਨ ਨਾਨਕ ਤਿੰਨ ਜੈਕਾਰ, ਤੇ ਫਿਰ ਸੰਸਾਰ ਵਿੱਚ ਵੀ ਉਹਨਾਂ ਦੀ ਹਮੇਸ਼ਾ जय जयकार हुंदी है। ठीक है बेटा जी। जदों मनुख नूं अपने भुल्लां दी माफी मंग के परमात्मा दे कोलों बख्शिश प्राप्त हो जावे तां मनुख जिहड़ा आ फिर अपने विकारां तो दूर हो जाता है, पापां तो दूर हो जाता है ते वो प्रभु परमात्मा दे नाम दे नाल जुड़ जाता है। इज इट क्लीयर? ਇਹ ਸੀ ਜੀ ਤੁਹਾਡਾ ਸ਼ਬਦ ਛੋਟਾ ਜਿਹਾ
ਕਿਰਪਾ ਕਰਕੇ ਬਖਸ਼ ਲਿਓ, ਠੀਕ ਹੈ, ਜੋ ਕਿ ਗੁਰੂ ਅਮਰਦਾਸ ਜੀ ਦਾ ਲਿਖਿਆ ਹੋਇਆ ਹੈ। बैक एक्सरसाइज क्वेश्चन आंसर डिस्कस करते हैं, जो कि तुसी आप अपनी नोटबुक के ऊपर लिखने हैं। ये विचों वन वर्ड भी कढ़ने हैं क्वेश्चन,